ਇਹਦੇ ਬਾਰੇ ਥੋੜੀ ਜਿਹੀ ਸਾਨੂੰ ਰੋਸ਼ਨੀ ਪਾਓ ਸਾਡੇ ਦਰਸ਼ਕਾਂ ਨੂੰ। ਹਾਂਜੀ, ਬਸ ਜ਼ਮੀਨ ਦਾ ਹਿੱਸਾ ਭਾਲਦੇ ਸੀਗੇ ਫਾਦਰ ਇਨ ਲॉ। ਕੀ ਐਸਾ ਹੋਇਆ, ਕੀ ਇਦਾਂ ਦਾ ਝਗੜਾ ਹੋਇਆ ਜਾਂ ਉਹ ਅਮਰੀਕਾ ਬੈਠ ਕੇ ਤੁਹਾਡੇ ਨਾਲ ਕਿਵੇਂ ਲੜ ਰਹੇ ਆ? ਹਾਲਾਤੇ ਪੰਜਾਬ ਤੋਂ ਵਿਵੇਕ ਬਖਸ਼ੀ। ਦੋਸਤੋ, ਅਸੀਂ ਤੁਹਾਨੂੰ ਆਪਣੇ ਚੈਨਲ ਦੇ ਦੁਆਰਾ ਪੰਜਾਬ ਦੇ ਹਾਲਾਤਾਂ ਬਾਰੇ ਸਮੇਂ-ਸਮੇਂ ਸਿਰ ਜਾਣੂ ਕਰਾਉਂਦੇ ਰਹਿੰਦੇ ਹਾਂ। ਅੱਜ ਆਪਾਂ ਪਿੰਡ ਸੁਧਾਰ ਗਿੱਲ ਪੱਤੀ ਇੱਕ ਬਹੁਤ ਹੀ ਕੰਪਲਿਕੇਟਡ ਕੇਸ ਜਿਹਦੇ ਵਿੱਚ ਆਪਾਂ ਬਰੀਕੀਆਂ ਜਾਣਨ ਵਾਸਤੇ ਔਰ ਤੁਹਾਡੇ ਰੂਬਰੂ ਕਰਾਵਾਂਗੇ ਉਸ ਕੇਸ ਦੇ ਵਿੱਚ ਇਨਵੋਲਵ ਕਿਸ ਤਰ੍ਹਾਂ ਤਸ਼ੱਦਦ ਚੱਲ ਆਪਣੇ ਰਿਸ਼ਤੇਦਾਰਾਂ ਦੀ ਔਰ ਪੰਜਾਬ ਸਰਕਾਰ ਦੀ ਔਰ ਸਟੇਟ ਗਵਰਨਮੈਂਟ ਦੀ। ਆਓ ਇਸ ਸੰਬੰਧ ਵਿੱਚ ਆਪਾਂ ਗੱਲਬਾਤ ਕਰਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਬਖਸ਼ੀ ਸਾਹਿਬ, ਸਤਿ ਸ਼੍ਰੀ ਅਕਾਲ। ਮੈਡਮ, ਕੀ ਸ਼ੁਭਨਾਮਾ ਤੁਹਾਡਾ? ਮੇਰਾ ਨਾਮ ਜੀ ਸਰਬਜੀਤ। ਮੈਡਮ, ਤੁਸੀਂ ਕਿੰਨੇ ਬੱਚੇ ਆ ਤੁਹਾਡੇ? ਮੇਰੇ 2 ਬੱਚੇ ਆ ਜੀ, ਵੱਡਾ ਬੇਟਾ, ਛੋਟੀ ਬੇਟੀ ਹੈ ਜੀ। ਮੈਡਮ, ਤੁਹਾਡੇ ਹਸਬੰਡ ਕੀ ਕਰਦੇ ਆ? ਮੇਰੇ ਹਸਬੰਡ ਖੇਤੀ ਕਰਦੇ ਆ ਜੀ। ਮੈਡਮ, ਕੀ ਰੌਲਾ ਕੀ ਹੈ? ਰੌਲਾ ਤਾਂ ਸਾਡਾ ਜਿੱਦਾਂ ਮੇਰੇ ਫਾਦਰ ਇਨ ਲॉ ਸੀਗੇ ਜੀ, ਉਹਨਾਂ ਨੇ 2014 'ਚ ਮੇਰੇ ਨਾਮ ਪਰ ਵਸੀਅਤ ਕੀਤੀ ਸੀ ਇੱਕ ਰਜਿਸਟਰਡ। ਅਤੇ ਮੇਰੇ ਜੇਠ ਨਣਦ, ਜੇਠ ਦਾ ਨਾਂ ਹੈਗਾ ਬਲਜਿੰਦਰ ਸਿੰਘ, ਨਣਦ ਦਾ ਨਾਂ ਬਲਜੀਤ ਕੌਰ ਹੈਗਾ, ਅਤੇ ਉਹ ਅਮਰੀਕਾ ਦੇ ਵਿੱਚ ਰਹਿੰਦੇ ਆ। ਅਤੇ ਮੈਂ ਆਪਣੇ ਸਹੁਰਾ ਸਾਹਿਬ ਦੀ ਸੇਵਾ ਸੰਭਾਲ ਕਰਦੀ ਸੀ। ਉਹਨਾਂ ਨੇ ਆਪਣੀ ਖੁਸ਼ੀ ਦੇ ਨਾਮ ਮੇਰੇ ਨਾਮ ਵਸੀਅਤ ਕੀਤੀ ਆ, ਅਤੇ ਮੈਂ ਪਰ ਉਹਨਾਂ ਤੋਂ ਕਦੇ ਮੰਗਿਆ ਨਹੀਂ ਸੀ ਕੁਛ। ਜਿੱਦਾਂ ਬਜ਼ੁਰਗ ਹੁੰਦੇ ਆ, ਸੇਵਾ ਕੀਤੀ ਆਪਣੀ ਮਰਜ਼ੀ ਨਾਲ, ਜਿਹਨੂੰ ਮਰਜ਼ੀ ਦੇ ਜਾਣ। ਹਾਂਜੀ। ਤੁਹਾਡੇ ਜਿਹੜੇ ਜੇਠ ਔਰ ਤੁਹਾਡੀ ਨਨੰਦ ਜਿਨ੍ਹਾਂ ਬਾਰੇ ਤੁਸੀਂ ਕਹਿ ਰਹੇ ਹੋ, ਉਹ ਅਮਰੀਕਾ ਦੇ ਵਿੱਚ ਕਦੋਂ ਤੋਂ ਸੈਟਲ ਹੈ? ਜੇਠ ਮੇਰਾ ਗਿਆ ਜੀ 1995 ਦੇ ਵਿੱਚ। ਨਣਦ ਮੇਰੀ ਮੈਰਿਜ ਕਰਵਾ ਕੇ ਗਈ ਸੀ 2007 ਦੇ ਵਿੱਚ। ਹਾਂਜੀ, ਉਹ ਕਾਫੀ ਟਾਈਮ ਤੋਂ ਬਾਹਰ ਹੀ ਰਹਿ ਰਹੇ ਨੇ। ਤੇ ਜ਼ਮੀਨ ਦੇ ਵਿੱਚ ਕੀ ਐਸਾ ਹੋਇਆ, ਕੀ ਇਦਾਂ ਦਾ ਝਗੜਾ ਹੋਇਆ ਜਾਂ ਉਹ ਅਮਰੀਕਾ ਬੈਠ ਕੇ ਤੁਹਾਡੇ ਨਾਲ ਕਿਵੇਂ ਲੜ ਰਹੇ ਆ? ਇਹਦੇ ਬਾਰੇ ਥੋੜੀ ਜਿਹੀ ਸਾਨੂੰ ਰੋਸ਼ਨੀ ਪਾਓ ਸਾਡੇ ਦਰਸ਼ਕਾਂ ਨੂੰ। ਹਾਂਜੀ, ਬਸ ਜ਼ਮੀਨ ਦਾ ਹਿੱਸਾ ਭਾਲਦੇ ਸੀਗੇ ਫਾਦਰ ਇਨ ਲॉ। ਕਹਿੰਦੇ ਵੀ ਉਹਨਾਂ ਦਾ ਬੇਟਾ ਜਿੱਦਾਂ ਭਵਿੰਦਰ ਮੇਰੇ ਹਸਬੈਂਡ ਥੋੜਾ ਬਿਮਾਰ ਰਹਿੰਦੇ ਨੇ, ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਉਹ ਤਾਂ ਆਪਣਾ ਸੈੱਟ ਨੇ ਉੱਧਰ, ਮੈਂ ਉਹਨਾਂ ਨੂੰ ਸਭ ਕੁਝ ਦੇ ਚੁੱਕਿਆ ਵਾਂ, ਅਮਰੀਕਾ ਭੇਜ ਚੁੱਕਿਆ, ਮੈਂ ਇੰਨਾ ਪੈਸਾ ਲਾ ਚੁੱਕਿਆ, ਮੈਂ ਤੈਨੂੰ ਕੁਛ ਨਹੀਂ ਦਿੱਤਾ ਅੱਜ ਤੱਕ, ਤੂੰ ਆਪਣੇ ਬੱਚੇ ਪਾਲ, ਮੈਂ ਤੇਰੇ ਨਾਮ ਇੱਕ ਵਸੀਅਤ ਕਰਤੀ। ਜਿੱਦਾਂ ਉਹਨਾਂ ਨੇ ਆਪ ਹੀ ਕੀਤੀ ਆਪਦੀ ਮਰਜ਼ੀ ਦੇ ਨਾਲ, ਪੂਰੇ ਹੋਸ਼ ਹਵਾਸ ਦੇ ਨਾਲ, ਪਰ ਅਸੀਂ ਕਦੇ ਉਹਨਾਂ ਨੂੰ ਕੁਛ ਨਹੀਂ ਮੰਗਿਆ ਸੀਗਾ। ਅਸੀਂ ਕਦੋਂ ਕੀਤੀ ਹੈ ਵਸੀਅਤ ਉਹਨਾਂ ਨੇ? ਮੇਰੀ ਵਸੀਅਤ ਹੋਈ ਆ ਜੀ 2014 ਦੇ 5ਵੇਂ ਮਹੀਨੇ। ਤੁਹਾਡੇ ਕੋਲ ਹੈ ਵਸੀਅਤ? ਹਾਂਜੀ, ਮੇਰੇ ਕੋਲੇ ਵਸੀਅਤ ਹੈਗੀ ਆ ਜੀ। ਮੇਰੇ ਕੋਲੇ ਇਸ ਟਾਈਮ ਤਾਂ ਮੇਰੇ ਕੋਲੇ ਕਾਪੀ ਆ। ਜਿਹੜੀ ਮੇਰੀ ਰਜਿਸਟਰਡ ਵਸੀਅਤ ਓਰੀਜਨਲ ਆ, ਉਹ ਮੇਰੀ ਇਸ ਟਾਈਮ ਸੈਸ਼ਨ ਕੋਰਟ ਦੇ ਵਿੱਚ ਕੇਸ ਚੱਲ ਰਿਹਾ, ਮੇਰੀ ਉੱਥੇ ਲੱਗੀ ਹੋਈ ਆ ਜੀ ਫਾਈਲ ਦੇ ਨਾਲ। ਠੀਕ ਹੈ। ਹਾਂਜੀ। ਤੇ ਇਹ ਵਸੀਅਤ ਵੀ ਰਜਿਸਟਰਡ ਹੈ ਤੁਹਾਡੇ ਕਹਿਣ ਦੇ ਮੁਤਾਬਿਕ? ਹਾਂਜੀ, ਇਹ ਫੋਟੋ ਵਾਲੀ, ਜਿੱਦਾਂ ਮਤਲਬ ਫੋਟੋ ਵਾਲੀ ਹੋਈ ਹੈ। ਮੇਰੇ ਸਹੁਰਾ ਸਾਹਿਬ ਖੜੇ ਨੇ ਜੀ। ਅੱਛਾ। ਹਾਂਜੀ, ਆਪਾਂ ਕੋਈ ਝੂਠ ਨਹੀਂ ਹੈਗਾ, ਦੇਖੋ ਰਜਿਸਟਰਡ ਵਸੀਅਤ ਆ। ਤੇ ਤੁਹਾਡੇ ਜਿਹੜੇ ਜੇਠ ਹੈ ਉਹ ਕਿਉਂ ਰੌਲਾ ਪਾ ਰਹੇ? ਉਹ ਕਹਿੰਦੇ ਸਾਡਾ ਹਿੱਸਾ ਬਣਦਾ, ਅਸੀਂ ਆਪਣਾ ਹਿੱਸਾ ਲੈਣਾ। ਹਾਲਾਂਕਿ ਉਹਨਾਂ ਦੇ ਫਾਦਰ ਸਾਹਿਬ ਨੇ ਉਹਨਾਂ ਨੂੰ ਸਾਰਾ ਕੁਝ ਦੇ ਕੇ ਉਹਨਾਂ ਦਾ ਨਿਬੇੜਾ ਕੀਤਾ ਹੋਇਆ ਜੀ। ਇਹ ਹੁਣ ਸਾਡੇ ਹਿੱਸੇ ਦੇ ਵਿੱਚੋਂ ਭਾਲ ਰਹੇ ਆ। ਠੀਕ ਹੈ। ਹਾਂਜੀ। ਪਿਛਲੇ ਦਿਨੀ ਤੁਸੀਂ ਦੱਸਦੇ ਸੀਗੇ ਵੀ ਤੁਹਾਡੀ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ, ਉਹਦੇ ਬਾਰੇ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਦੱਸੋ। ਹਾਂਜੀ, ਇਹ 2019 ਤੋਂ ਲੈ ਕੇ ਇਹੀ ਕੋਸ਼ਿਸ਼ਾਂ ਕਰਦੇ ਆਉਂਦੇ ਕਬਜ਼ੇ ਦੀਆਂ। 2019 ਦੇ ਵਿੱਚ ਵੀ ਇਹਨਾਂ ਨੇ 26 ਜੂਨ ਨੂੰ ਗੁੰਡੇ ਭੇਜੇ ਸੀ ਮੇਰੇ ਘਰ। ਮੇਰੀ ਬੇਟੀ ਨੌਜਵਾਨ ਆ ਜੀ, ਘਰ ਦੇ ਵਿੱਚ ਮੇਰਾ ਬੇਟਾ ਨੌਜਵਾਨ ਆ, ਮੇਰੇ ਹਸਬੈਂਡ ਬਿਮਾਰ ਰਹਿੰਦੇ ਆ, ਮੈਂ ਇਕੱਲੀ ਲੇਡੀਜ਼ ਆ, ਮੈਂ ਖੇਤੀ ਵੀ ਕਰਦੀ ਆ ਅਤੇ ਮੈਂ ਘਰ ਵੀ ਸੰਭਾਲਦੀ ਆ, ਮੈਂ ਬੱਚੇ ਵੀ ਦੇਖਦੀ ਆ, ਸੌਦਾ ਲੈ ਕੇ ਆਉਣਾ, ਕੋਈ ਫਸਲ ਦੀ ਕੋਈ ਚੀਜ਼ ਲੈ ਕੇ ਆਉਣੀ, ਮੈਂ ਤਾਂ 24 ਘੰਟੇ ਫਿਰਨਾ ਜੀ ਸੜਕਾਂ 'ਤੇ, ਕਿਤੇ ਵੀ ਕੁਝ ਕਰਵਾ ਸਕਦੇ ਆ ਮੈਨੂੰ ਜੀ ਮੇਰਾ ਜੇਠ ਅਤੇ ਮੇਰੀ ਨਣਦ। 26 ਜੂਨ ਨੂੰ ਤੁਸੀਂ ਕਹਿ ਰਹੇ ਹੋ ਤੁਹਾਡੇ ਤੇ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ? ਹਾਂਜੀ। ਤਾਂ ਮੈਂ ਜਦੋਂ ਮੈਂ ਘਰੋਂ ਬਾਹਰ ਜਾ ਰਹੀ ਸੀਗੀ ਅਤੇ ਮੇਰੇ ਅੱਗੇ ਮੇਰੀ ਪਹੀ ਦੇ ਉੱਪਰ ਬੰਦੇ ਖੜ੍ਹੇ ਸੀ, ਤਾਂ ਮੈਂ ਪੁੱਛਿਆ ਤੁਸੀਂ ਕੌਣ? ਕਹਿੰਦੇ ਜੀ ਅਸੀਂ ਬਲਵਿੰਦਰ ਦੀ ਜ਼ਮੀਨ ਵਾਹੁਣ ਆਏ ਹਾਂ, ਸਾਡੇ ਤੋਂ ਉਹਨੇ ਠੇਕਾ ਲਿਆ ਵਾ। ਮੈਂ ਕਿਹਾ ਜੀ ਇੱਥੇ ਤਾਂ ਬਲਵਿੰਦਰ ਨੂੰ ਮੈਂ ਜਾਣਦੀ ਨਹੀਂ ਕਿਸੇ ਨੂੰ, ਕੌਣ ਬਲਵਿੰਦਰ ਆ? ਕਹਿੰਦਾ ਜੀ ਤੁਹਾਡਾ ਜੇਠ। ਮੈਂ ਕਿਹਾ ਉਹਦਾ ਨਾਂ ਤਾਂ ਬਲਜਿੰਦਰ ਆ। ਕਹਿੰਦਾ ਜੀ ਇਹ ਲੋਕੇਸ਼ਨ ਸਾਨੂੰ ਉਹਨਾਂ ਨੇ ਦੱਸੀ ਆ। ਮੈਂ ਕਿਹਾ ਫਿਰ ਮੇਰੀ ਗੱਲ ਸੁਣੋ, ਤੁਸੀਂ ਜ਼ਮੀਨ 'ਚ ਵੜੋ, ਫਿਰ ਮੈਂ ਤੁਹਾਨੂੰ ਦੇਖਦੀ ਹਾਂ। ਉਸ ਦਿਨ ਤਾਂ ਉਹ ਟਲ ਕੇ ਚਲੇ ਗਏ ਸੀ। ਤਾਂ ਫਿਰ ਉਹਨਾਂ ਨੇ ਹਮਲਾ ਕੀਤਾ ਜੀ ਹੁਣ 5 ਮਈ ਨੂੰ। ਅਸੀਂ 5 ਮਈ 2021 ਨੂੰ? 5 ਮਈ 2021। ਹਾਂਜੀ। ਅੱਛਾ। ਹਾਂਜੀ।
ਬੇਟੀ ਮੇਰੀ ਅੰਦਰ ਚਾਹ ਪੀ ਰਹੀ ਸੀ, ਅਸੀਂ ਸਾਰਾ ਪਰਿਵਾਰ ਚਾਹ ਪੀ ਰਹੇ ਸੀ, ਬੇਟਾ ਵੀ ਮੇਰਾ ਅੰਦਰ ਹੀ ਸੀਗਾ, ਮੈਂ ਵੀ, ਤੇ ਮੈਨੂੰ 2 ਮੁੰਡੇ ਮਿਲਣ ਵਾਸਤੇ ਆਏ ਹੋਏ ਸੀ ਆਪਣੇ ਕੰਮ ਲਈ ਕੋਈ, ਤੇ ਉਹ ਵੀ ਅੰਦਰ ਹੀ ਬੈਠੇ ਸੀਗੇ। ਮੇਰੀ ਕੰਮ ਵਾਲੀ ਸੀਗੀ, ਮੇਰੇ ਹਸਬੈਂਡ ਸੀਗੇ। ਜਦੋਂ ਮੇਰੇ ਹਸਬੈਂਡ ਘਰੋਂ ਬਾਹਰ ਨਿਕਲਣ ਲੱਗੇ ਆ ਬਾਜ਼ਾਰ ਕੁਝ ਚੀਜ਼ਾਂ ਲੈਣ ਲਈ, ਸੌਦਾ ਪੱਤਾ ਲੈਣ ਲਈ, ਜਦੋਂ ਉਹਨਾਂ ਨੇ ਬਾਹਰ ਆ ਕੇ ਦੇਖਿਆ ਤਾਂ ਉਹਨਾਂ ਨੇ ਸਾਨੂੰ ਭੱਜ ਕੇ ਅੰਦਰ ਦੱਸਿਆ ਕਿ ਸਰਬਜੀਤ ਜਲਦੀ ਬਾਹਰ ਆਓ, ਆਪਣੀ ਜ਼ਮੀਨ ਵਾਹੀ ਜਾਂਦੇ ਆ। ਜਦੋਂ ਅਸੀਂ ਬਾਹਰ ਦੇਖਿਆ ਆ ਕੇ ਤਾਂ ਓਪਰਾ ਟਰੈਕਟਰ ਕਿਰਾਏ ਤੇ ਬੰਦੇ ਬੁੜੀਆਂ ਉਹਨਾਂ ਨੇ ਲਿਆਂਦੇ ਹੋਏ ਸੀ, ਜਿਹਦੇ ਕੋਲੇ ਮੁਖਤਿਆਰਨਾਮਾ ਉਹ ਪਿੱਛੇ ਖੜਾ ਸੀ ਸਟੇਡੀਅਮ ਕੋਲੇ, ਤੇ ਕਰਤਾ ਧਰਤਾ ਸਾਡਾ ਸਾਰਾ ਗਵਾਂਢੀ ਵੀ ਆ। ਇਹ ਸਾਰੀਆਂ ਸਾਡੇ ਘਰ ਦੀਆਂ ਖਬਰਾਂ ਬਾਹਰ ਅਮਰੀਕਾ 'ਚ ਦਿੰਦੇ ਆ, ਇਹਦੀ ਵਾਈਫ ਦਿੰਦੀ ਆ। ਜਿਹੜਾ ਸਾਡਾ ਗਵਾਂਢੀ ਉਹ ਜਗਤਾਰ ਸਿੰਘ ਆ, ਜਿਹੜਾ ਇਹਦਾ ਭਰਾ ਵਾ ਮੁਖਤਿਆਰਨਾਮੇ ਵਾਲਾ ਉਹਦਾ ਨਾਂ ਹਰਮੇਲ ਸਿੰਘ ਆ। ਨਹੀਂ, ਮੁਖਤਿਆਰਨਾਮਾ ਮਤਲਬ ਇਹ ਮੁਖਤਿਆਰਨਾਮੇ ਬਾਰੇ ਰੌਸ਼ਨੀ ਪਾਓ। ਮੁਖਤਿਆਰਨਾਮਾ ਸਰ ਇਦਾਂ ਹੁੰਦਾ ਕਿ ਜੇ ਅਸੀਂ ਬਾਹਰ ਬੈਠੇ ਆ ਤਾਂ ਅਸੀਂ ਇੱਧਰ ਕਿਸੇ ਨੂੰ ਕੇਸ ਲੜਨ ਦੀ ਅਥਾਰਟੀ ਦੇ ਦਿੰਨੇ ਆ। ਹਾਂਜੀ, ਉਹਨੂੰ ਮੁਖਤਿਆਰਨਾਮਾ ਕਹਿੰਦੇ ਆ ਜੀ। ਅੱਛਾ, ਕੇਸ ਲੜਨ ਦੀ ਅਥਾਰਟੀ ਸੀ, ਨਾ ਕਿ ਜ਼ਮੀਨ ਵਾਹੁਣ ਦੀ। ਹਾਂਜੀ, ਜ਼ਮੀਨ ਵਾਹੁਣ ਦੀ ਨਹੀਂ ਸੀਗੀ ਸਰ, ਅਥਾਰਟੀ ਵੈਸੇ ਕੇਸ ਲੜਨ ਦੀ ਦਿੱਤੀ ਹੋਈ ਆ ਉਹਨੂੰ। ਨਾ ਤਾਂ ਅਧਿਕਾਰ ਉਹਨੂੰ ਹੈਗਾ ਵਾ ਜ਼ਮੀਨ ਵਾਹੁਣ ਦਾ, ਨਾ ਉਹਨੂੰ ਵੇਚਣ ਦਾ, ਨਾ ਕੁਝ ਵੀ ਕਰਨ ਦਾ, ਪਰ ਉਹ ਕੇਸ ਹੀ ਇਕੱਲਾ ਲੜ ਸਕਦਾ। ਤੁਹਾਡੇ ਵਿਆਹ ਨੂੰ ਕਿੰਨੇ ਸਾਲ ਹੋ ਗਏ? ਮੇਰੇ ਵਿਆਹ ਨੂੰ ਸਰ 28 ਸਾਲ ਹੋ ਗਏ ਆ। ਇਹ ਜ਼ਮੀਨ ਤੁਹਾਡੇ ਕੋਲ ਕਦੋਂ ਤੋਂ ਆ? ਮੈਂ ਸਰ ਜਿੱਦਣ ਦੀ ਵਿਆਹ ਕੇ ਆਈ ਆ, ਮੈਂ ਉਦਣ ਤੋਂ ਹੀ ਖੇਤੀ ਦਾ ਕੰਮ ਕਰਦੀ। ਮੈਨੂੰ ਖੇਤੀ ਕਰਨਾ ਬਹੁਤ ਪਸੰਦ ਆ, ਤੇ ਮੈਂ ਘਰ ਦੇ ਕੰਮ ਵੀ ਬਹੁਤ ਜ਼ਿਆਦਾ, ਮੈਂ ਸਾਰੇ ਪਿੰਡ ਨੂੰ ਹੀ ਪਤਾ ਮੈਂ ਕਿੰਨਾ ਕੰਮ ਕੀਤਾ। ਮੈਂ ਖੇਤੀ ਵੀ ਕਰੀ ਹੈ, ਮੈਂ ਰਾਤਾਂ ਨੂੰ ਵੀ ਨੱਕੇ ਮੋੜੇ ਨੇ, ਖਾਲ ਬਣਾਏ ਨੇ, ਜੋ ਵੀ ਟਾਰਚਾਂ ਦੇ ਨਾਲ ਮੈਂ ਸਭ ਕੰਮ ਕੀਤੇ ਖੇਤੀ ਦੇ ਵਿੱਚ। ਹਾਂਜੀ, ਮੈਨੂੰ ਸ਼ੌਂਕ ਆ। ਮਤਲਬ 28 ਸਾਲ ਤੋਂ ਤੁਹਾਡੇ ਕਬਜ਼ੇ 'ਚ ਹੈ ਇਹ? ਹਾਂਜੀ, 28 ਸਾਲ ਤੋਂ ਮੇਰੇ ਕਬਜ਼ੇ 'ਚ। ਫਿਰ ਮਾਲ ਮਹਿਕਮੇ ਦੇ ਵਿੱਚ ਗੋਦਾਵਰੀਆਂ ਵੀ ਤੁਹਾਡੇ ਨਾਮ ਤੇ ਹੋਣਗੀਆਂ? ਹਾਂਜੀ, ਗੋਦਾਵਰੀਆਂ ਮੈਂ ਤੁਹਾਨੂੰ ਦਿਖਾ ਸਕਦੀ ਹਾਂ ਸਰ। ਗੋਦਾਵਰੀਆਂ ਮੇਰੇ ਨਾਮ ਤੇ ਹੋਈਆਂ ਨੇ, ਕੁਛ ਮੈਨੂੰ ਲੱਭੀਆਂ ਨਹੀਂ ਹਜੇ, ਤਾਂ ਬਾਕੀ ਮੈਂ ਤੁਹਾਨੂੰ ਇਹ ਦਿਖਾ ਦਿੰਨੀ ਆ। ਇਹ ਗੋਦਾਵਰੀਆਂ ਮੇਰੇ ਨਾਮ ਤੇ ਆ ਜੀ। ਹਾਂਜੀ, ਇਹ ਗੋਦਾਵਰੀਆਂ ਮੇਰੇ ਨਾਮ ਤੇ ਆ। ਹਾਂਜੀ, ਆ ਸਾਰੀਆਂ ਹੀ ਆ। ਜੇ ਫਾਰਮ ਵੀ ਮੇਰੇ ਨਾਮ ਤੇ ਆ ਜੀ, ਗੋਦਾਵਰੀਆਂ ਵੀ ਮੇਰੇ ਨਾਮ ਤੇ। ਔਰ ਪਤਨੀ ਭੁਪਿੰਦਰ ਸਿੰਘ ਪੁੱਤਰ ਹਰਨੇਕ ਸਿੰਘ। ਹਾਂਜੀ ਹਾਂਜੀ 1/3 ਹਿੱਸਾ। ਹਾਂਜੀ ਹਾਂਜੀ, ਆਪਣੇ 6 ਕਿੱਲਿਆਂ ਦੇ ਵਿੱਚ ਹੀ ਕੋਠੀ ਆ ਜੀ। 2014 ਤੋਂ 2015। 15 ਹਾਂਜੀ। ਬਾਕੀ ਮੈਨੂੰ ਅਗਲੀਆਂ ਮੈਨੂੰ ਲੱਭੀਆਂ ਨਹੀਂ 18 ਤੱਕ ਦੀਆਂ। ਜਦੋਂ ਤੁਹਾਡੀ ਜ਼ਮੀਨ ਦੇ ਵਿੱਚ ਗੈਰ ਬੰਦੇ ਆਏ, ਗੈਰ ਟਰੈਕਟਰ ਲੈ ਕੇ, ਫਿਰ ਤੁਸੀਂ ਅੱਗੇ ਕੀ ਕੀਤਾ? ਸਰ ਬੇਟਾ ਮੇਰਾ ਜਿੱਦਾਂ ਬਿਮਾਰ ਹੋਣ ਉੱਠਿਆ ਵਾ, ਮੈਂ ਆਪਣੇ ਬੇਟੇ ਨੂੰ ਅੱਗੇ ਨਹੀਂ ਕੀਤਾ। ਤੇ ਉਹਨਾਂ ਦਾ ਕੀ ਸੀ, ਉਹ ਕਿਰਾਏ ਤੇ ਸੀ, ਉਹਨਾਂ ਦਾ ਨਿੱਤ ਦਾ ਕੰਮ ਆ ਉਸ ਗੁੰਡਿਆਂ ਦਾ, ਕਬਜ਼ੇ ਲੈਣੇ ਜ਼ਮੀਨਾਂ ਤੇ, ਅੰਨ੍ਹੇਵਾਹ ਕੁੱਟਮਾਰ ਕਰਨੀ। ਤੇ ਉਹਨਾਂ ਨੂੰ ਕੋਈ ਨਾ ਤਾਂ ਸ਼ਰਮ ਹੁੰਦੀ ਆ, ਨਾ ਕੋਈ ਹਿਆ ਹੁੰਦੀ ਆ। ਆਪਾਂ ਹੈਗੇ ਆ ਪਰਿਵਾਰਾਂ ਵਾਲੇ, ਆਪਣਾ ਅੱਗਾ ਪਿੱਛਾ ਹੁੰਦਾ ਜੀ, ਆਪਾਂ ਨੂੰ ਸ਼ਰਮ ਹਿਆ ਹੁੰਦੀ ਆ। ਬੇਟਾ ਵੀ ਮੇਰਾ ਇੱਥੇ ਹੀ ਪਿੱਛੇ ਹੀ ਰੁਕਿਆ ਹੋਇਆ ਸੀ। ਮੈਂ ਬੇਟੇ ਨੂੰ ਕਿਹਾ ਵੀ ਤੂੰ ਅੱਗੇ ਨਹੀਂ ਆਉਣਾ। ਤੇ ਮੇਰੇ ਹਸਬੈਂਡ ਉਹ ਵੀ ਬਿਮਾਰ ਰਹਿੰਦੇ, ਉਹਨਾਂ ਦੀ ਸਰਜਰੀ ਹੋਈ ਹੈ ਇਹ ਜਗ੍ਹਾ ਤੋਂ, ਉਹ ਵੀ ਮੈਂ ਪਿੱਛੇ ਹੀ ਰੱਖੇ। ਮੈਂ ਕਿਹਾ ਤੁਸੀਂ ਵੀ ਨਹੀਂ ਅੱਗੇ ਆਉਣਾ। ਬੇਟੀ ਮੇਰੀ ਕੋਠੇ ਦੇ ਉੱਪਰ ਵੀਡੀਓ ਬਣਾਉਂਦੀ ਸੀ। ਜਦੋਂ ਮੈਂ ਅੱਗੇ ਉਹਨਾਂ ਨੂੰ ਰੋਕਣ ਗਈ ਆ ਜ਼ਮੀਨ ਦੇ ਵਿੱਚ, ਮੈਂ ਕਿਹਾ ਵੀ ਤੁਸੀਂ ਨਾ ਟਰੈਕਟਰ ਬਾਹਰ ਕੱਢੋ, ਤਾਂ ਜਿਹੜੀਆਂ ਜਨਾਨੀਆਂ ਸੀ ਉਹਨਾਂ ਨੇ ਮੈਨੂੰ ਇੰਨੇ ਗੰਦੇ ਅਪਸ਼ਬਦ ਬੋਲੇ ਵੀ ਮੈਂ ਦੱਸ ਨਹੀਂ ਸਕਦੀ ਹੈਗੀ। ਜਿਵੇਂ ਉਹਨਾਂ ਨੇ ਉਹਨਾਂ ਨੂੰ ਸਿਖਾਇਆ ਹੋਇਆ ਸੀ, ਉਹ ਉਦਾਂ ਹੀ ਕਰ ਰਹੀਆਂ ਸੀ। ਮੈਨੂੰ ਬੋਲ ਰਹੀਆਂ ਸੀ ਕਿ ਨਜਾਇਜ਼ ਕਬਜ਼ਾ ਕੀਤਾ ਹੋਇਆ। ਮੈਂ ਕਿਹਾ ਵੀ ਮੈਂ ਨਜਾਇਜ਼ ਕਬਜ਼ਾ ਕੀਤਾ ਕਿ ਤੁਸੀਂ ਕਰਨ ਆਏ ਆ? ਮੇਰੀ ਤਾਂ 30 ਸਾਲ ਤੋਂ ਮੇਰਾ ਕਬਜ਼ਾ ਮੈਂ ਖੁਦ ਕਰਦੀ ਹਾਂ, ਸਭ ਨੂੰ ਪਤਾ ਵਾ। ਮੇਰੇ ਕੋਲ ਜੇ ਫਾਰਮ, ਮੇਰੇ ਕੋਲ ਸਾਰਾ ਕੁਝ ਮੈਂ ਤੁਹਾਨੂੰ ਪੇਸ਼ ਕਰ ਹੀ ਦਿੱਤਾ ਹੁਣ। ਤੇ ਸਰ ਉਹਨਾਂ ਨੇ ਫਿਰ ਜਦੋਂ ਮੈਂ SHO ਸਾਹਿਬ ਨੂੰ ਫੋਨ ਕਰਨ ਲਈ ਪਿੱਠ ਘਮਾਈ ਤਾਂ ਪਹਿਲਾਂ ਬੰਦਿਆਂ ਨੇ ਡਾਂਗਾਂ ਭਰਾਈਆਂ ਮੇਰੇ ਤੇ, ਫਿਰ ਉਹ ਜਨਾਨੀਆਂ ਨੇ, ਤੇ ਮੈਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ। ਇਸ ਸਬੰਧ ਵਿੱਚ ਤੁਹਾਡੇ ਬੱਚਿਆਂ ਨੇ ਜਾਂ ਤੁਹਾਡੇ ਹਸਬੰਡ ਨੇ ਜਾਂ ਕਿਸੇ ਹੋਰ ਨੇ ਪੁਲਿਸ ਨੂੰ ਇਨਫੋਰਮ ਨਹੀਂ ਕੀਤਾ? ਹਾਂਜੀ ਸਰ, ਮੇਰੀ ਬੇਟੀ ਨੇ ਕੋਠੇ ਤੇ ਵੀਡੀਓ ਬਣਾਉਂਦੀ ਨੇ, ਜਦੋਂ 112 ਤੇ ਕਾਲ ਕਰ ਰਹੀ ਸੀ ਉਦੋਂ ਇਹਨਾਂ ਤੋਂ ਵੀਡੀਓ ਨਹੀਂ ਬਣੀ ਹੈਗੀ। ਇਹ ਥੱਲੇ ਦਰਵਾਜ਼ਾ ਵੀ ਲਾਉਣ ਆ ਗਈ ਸੀ ਕਿ ਮੰਮੀ ਦੇ ਪਿੱਛੇ ਪੈ ਗਏ ਉਹ, ਵੀ ਮੰਮਾ ਨੇ ਤਾਂ ਅੰਦਰ ਆਈ ਜਾਣਾ ਵਾ। ਇਹਨੂੰ ਇਹ ਨਹੀਂ ਸੀ ਪਤਾ ਵੀ ਉਹ ਬੇਟਾ ਮੇਰਾ ਅੰਦਰ ਪਾਣੀ ਲੈਣ ਆ ਗਿਆ ਸੀ ਮੇਰੇ ਵਾਸਤੇ। ਹਸਬੈਂਡ ਮੇਰੇ ਅੰਦਰੋਂ ਪਤਾ ਨਹੀਂ ਕੀ ਚੱਕਣ ਆਏ ਸੀਗੇ, ਤਾਂ ਇੰਨੇ ਦੇ ਵਿੱਚ ਮਿਸਿੰਗ ਹੋ ਗਈ ਉਹ ਜਿਹੜੀ ਵੀਡੀਓ ਸੀਗੀ ਜਿੱਥੇ ਮੇਰੀ ਕੁੱਟਮਾਰ ਕਰਦੇ ਨੇ ਸਰ। ਤੇ ਮੈਂ ਆਪਣਾ ਮੈਡੀਕਲ ਕਰਵਾਇਆ ਵਾ, ਮੈਂ ਪਰਚਾ ਵੀ ਕਟਵਾਇਆ ਡਾਕਟਰ ਤੋਂ, ਮੇਰੀਆਂ ਲਾਸ਼ਾਂ ਜੋ ਮੇਰੇ ਫੋਟੋਆਂ ਸਭ ਕੁਝ ਹੈਗਾ ਸਰ। ਤੁਸੀਂ ਇਸ ਸੰਬੰਧ ਵਿੱਚ ਸੰਬੰਧਿਤ ਥਾਣਾ ਤੁਹਾਡਾ ਸੁਧਾਰ ਲੱਗਦਾ ਹੈ? ਹਾਂਜੀ। ਜਸਵੀਰ ਸਿੰਘ ਜੀ ਬੁੱਟਰ ਉੱਥੋਂ ਦੇ SHO ਹੈ, ਉਹਨਾਂ ਦੀ ਨੌਲੇਜ 'ਚ ਲਿਆਂਦੀ ਇਹ ਗੱਲ? ਸਰ ਮੈਂ ਉਹਨਾਂ ਨੂੰ ਫੋਨ ਕੀਤਾ ਸੀ, ਉਹਨਾਂ ਨੇ ਬੜੇ ਆਰਾਮ ਨਾਲ ਮੇਰੇ ਨਾਲ ਗੱਲ ਕੀਤੀ। ਕਹਿੰਦੇ ਕੋਈ ਗੱਲ ਨਹੀਂ, ਉਸੇ 6 ਕਿੱਲਿਆਂ ਦੀ ਮਤਲਬ ਰੌਲਾ ਵਾ,
ਮੈਂ ਕਿਹਾ ਹਾਂਜੀ ਸਰ ਜਲਦੀ ਆਓ। ਮੈਂ ਕਿਹਾ ਉੱਪਰੇ ਬੰਦੇ ਮੇਰੀ ਜ਼ਮੀਨ 'ਚ ਬੜੇ ਹੋਏ ਨੇ। ਮੈਂ ਕਿਹਾ ਤੁਸੀਂ ਰੋਕੋ ਆ ਕੇ, ਮੈਂ ਕੁਝ ਨਹੀਂ ਕਹਿਣਾ ਹੈਗਾ। ਕਹਿੰਦੇ ਕੋਈ ਗੱਲ ਨਹੀਂ, ਆਰਾਮ ਨਾਲ ਕਿਹਾ ਕੋਈ ਗੱਲ ਨਹੀਂ, ਮੈਂ ਮੁਲਾਜ਼ਮ ਭੇਜ ਦਿੰਨਾ ਵਾਂ। ਉਸ ਤੋਂ ਅੱਧਾ ਘੰਟਾ ਬਾਅਦ 2 ਹੀ ਮੁਲਾਜ਼ਮ ਆਏ, ਨਿਰਮਲ ਸਿੰਘ, ਇੱਕ ਦਾ ਮੈਂ ਨਾਂ ਨਹੀਂ ਜਾਣਦੀ, ਤੇ ਸਰ ਉਹਨਾਂ ਨੇ ਮੈਨੂੰ ਪਿੱਛੇ ਹੀ ਰੋਕ ਦਿੱਤਾ ਕਿ ਤੁਸੀਂ ਮੈਡਮ ਇੱਥੇ ਖੜੋ। ਤੇ ਉਹਨਾਂ ਨੇ ਜਾ ਕੇ ਕੀ ਗੱਲ ਕੀਤੀ ਉਹਨਾਂ ਨਾਲ ਮੈਨੂੰ ਨਹੀਂ ਪਤਾ ਸਰ। ਇਹਨਾਂ ਦੀ ਮਿਲੀ ਭੁਗਤ ਚੱਲ ਰਹੀ ਆ ਪ੍ਰਸ਼ਾਸਨ ਦੀ। ਮੈਂ ਸਰ ਆਪਣੇ ਐਸਐਸਪੀ ਸਾਹਿਬ ਤੋਂ, ਆਈਜੀ ਸਾਹਿਬ ਤੋਂ ਮੈਂ ਹੱਥ ਬੰਨ੍ਹ ਕੇ ਇਹੀ ਗੁਜ਼ਾਰਿਸ਼ ਕਰਦੀ ਹਾਂ ਮੈਂ ਉਹਨਾਂ ਨੂੰ ਕਿ ਮੈਨੂੰ ਇਨਸਾਫ ਦਿੱਤਾ ਜਾਵੇ, ਇਨਕੁਆਇਰੀ ਕੀਤੀ ਜਾਵੇ। ਤੁਸੀਂ ਇਸ ਸਬੰਧ ਦੇ ਵਿੱਚ ਪੁਲਿਸ ਤੋਂ ਕੀ ਉਮੀਦ ਕਰਦੇ ਹੋ? ਮੈਂ ਤਾਂ ਜੀ ਹੁਣ ਦੇਖੋ ਇੱਕ ਐਸਐਚਓ ਤੋਂ ਲਾ ਕੇ ਡੀਐਸਪੀ ਤੱਕ ਹੀ ਉਮੀਦ ਕਰ ਸਕਦੀ ਹਾਂ। ਮੈਂ ਤਾਂ ਜਿਹੜੇ ਸਾਡੇ ਵੱਡੇ ਆਫੀਸਰ ਬੈਠੇ ਨੇ ਜੀ, ਮੈਂ ਤਾਂ ਉਹਨਾਂ ਤੋਂ ਹੀ ਉਮੀਦ ਕਰ ਸਕਦੀ ਹਾਂ। ਸਾਡੇ ਸੱਚੇ ਸੁੱਚੇ ਅਫਸਰ ਵੱਡੇ ਐਸਐਸਪੀ ਸਾਹਿਬ ਬੈਠੇ ਨੇ, ਆਈਜੀ ਸਾਹਿਬ ਬੈਠੇ, ਮੈਂ ਤਾਂ ਉਹਨਾਂ ਨੂੰ ਹੀ ਬੇਨਤੀ ਕਰੂੰਗੀ। ਤੁਸੀਂ ਕੀਤੀ ਇਸ ਸਬੰਧ ਦੇ ਵਿੱਚ ਕੋਈ ਬੇਨਤੀ ਉਹਨਾਂ ਨੂੰ? ਮੈਂ 5 ਤਰੀਕ ਨੂੰ ਜਿੱਦਣ ਮੇਰੀ ਕੁੱਟਮਾਰ ਹੋਈ ਹੈ ਜੀ, ਮੈਂ ਐਸਐਸਪੀ ਸਾਹਿਬ ਦੇ ਗਈ ਸੀ। ਮੈਂ ਉੱਥੇ 1.5 ਘੰਟਾ ਬੈਠ ਕੇ ਆ ਗਈ ਹਾਂ। ਐਸਐਸਪੀ ਸਾਹਿਬ ਕੋਠੀ 'ਚ ਗਏ ਹੋਏ ਸੀ। ਮੈਂ ਉਹਨਾਂ ਨੂੰ ਜਿਹੜੇ ਮੂਹਰੇ ਆਪਣੇ ਬੈਠੇ ਹੁੰਦੇ ਮੁੰਡੇ, ਮੈਂ ਕਿਹਾ ਵੀ ਮੈਨੂੰ ਮਿਲਾ ਦਿਓ, ਮੇਰੀ ਕੁੱਟਮਾਰ ਹੋਈ ਹੈ ਇੱਦਾਂ ਦਾ ਕਰਕੇ। ਕਹਿੰਦੇ ਮੈਡਮ ਵੀ ਐਸਐਸਪੀ ਸਾਹਿਬ ਨੇ ਮਨਾ ਕੀਤਾ ਹੋਇਆ ਪਬਲਿਕ ਡੀਲਿੰਗ, ਤੇ ਵੀ ਉਹ ਆਪਣੀ ਕੋਠੀ 'ਚ ਆ। ਮੈਂ ਫਿਰ ਸਿੱਧਾ ਹੀ ਸਰ ਮੈਂ ਲੁਧਿਆਣੇ ਗਈ ਆਈਜੀ ਸਾਹਿਬ ਕੋਲੇ। ਆਈਜੀ ਸਾਹਿਬ ਨਾਲ ਮੇਰੀ ਗੱਲ ਵੀ ਹੋਈ ਹੈ, ਨੌ ਨਿਹਾਲ ਸਾਹਿਬ ਨਾਲ। ਮੈਂ ਕਿਹਾ ਸਰ ਵੀ ਇੱਦਾਂ ਦਾ ਕਰਕੇ ਗੱਲ ਹੋਈ ਆ, ਤੇ ਮੈਂ ਉਹਨਾਂ ਨੂੰ ਕਿਹਾ ਕਿ ਸਰ ਮੈਂ ਤੁਹਾਨੂੰ ਮਿਲਣਾ ਚਾਹੁੰਦੀ ਆ। ਤਾਂ ਉਹਨਾਂ ਨੇ ਕਿਹਾ ਕਿ ਓਕੇ ਮੈਂ ਗੱਲ ਕਰਦਾ ਵਾਂ। ਤੇ ਸਰ ਉਹਨਾਂ ਨੇ ਵੀ ਮੈਨੂੰ ਬੁਲਾਇਆ ਸੀ ਉੱਥੇ, ਤੇ ਮੈਂ ਉੱਥੇ ਜਦੋਂ ਗਈ ਆ ਤਾਂ ਆਈਜੀ ਸਾਹਿਬ ਉਸ ਟਾਈਮ ਜਿੱਦਾਂ 4 4:30 ਹੋ ਚੁੱਕੇ ਸੀ, ਉਸ ਟਾਈਮ ਆਪਣੀ ਕੋਠੀ 'ਚ ਜਾ ਚੁੱਕੇ ਸੀਗੇ। ਆਹ ਹਲਫੀਆ ਬਿਆਨ ਤੁਹਾਡੇ ਹੱਥ 'ਚ ਹੈ, ਇਹ ਦਿਖਾਈਓ, ਇਹ ਕੀ ਹੈ? ਇਹ ਸਰ ਮੇਰਾ ਜੇਠ ਆ ਜਿਹੜਾ ਬਲਜਿੰਦਰ ਸਿੰਘ, ਮੇਰੇ ਫਾਦਰ ਇਨ ਲਾਅ ਨੇ ਉਹਨਾਂ ਨੂੰ ਬੇਦਖਲ ਕੀਤਾ ਹੋਇਆ। ਇਹ ਹਰਨੇਕ ਸਿੰਘ ਤੁਹਾਡੇ ਫਾਦਰ ਇਨ ਲਾਅ? ਹਾਂਜੀ ਸਰ। ਅੱਛਾ, ਹਾਂ 16 12 14। ਹਾਂਜੀ। ਇਹ ਕਿ ਮੈਂ ਆਪਣੇ ਪੁੱਤਰ ਬਲਵਿੰਦਰ ਸਿੰਘ ਨੂੰ ਆਪਣੀ ਜਾਇਦਾਦ ਹਾਂਜੀ। ਚੱਲ ਅਚਲ ਹਰ ਕਿਸਮ ਤੋਂ ਬੇਦਖਲ ਕਰਦਾ ਹਾਂ। 16 ਦਸੰਬਰ 2014। ਜੀ ਸਰ। ਅੱਛਾ, ਮਤਲਬ ਤੁਹਾਡੇ ਜਿਹੜੇ ਜੇਠ ਨੇ ਉਹਨਾਂ ਨੂੰ ਬੇਦਖਲ ਕੀਤਾ ਹੋਇਆ? ਹਾਂਜੀ, ਮੇਰੇ ਜੇਠ ਨੂੰ ਬੇਦਖਲ ਕੀਤਾ ਹੋਇਆ ਜੀ ਮੇਰੇ ਸਹੁਰਾ ਸਾਹਿਬ ਨੇ, ਕਿਉਂਕਿ ਉਹ ਬਹੁਤ ਵਧੀਆ ਫਿਰਦੇ ਹੁੰਦੇ ਸੀਗੇ, ਮਤਲਬ ਇੰਨੇ ਵੀ ਬਿਮਾਰ ਨਹੀਂ ਸੀਗੇ। ਉਹਨਾਂ ਦੀਆਂ ਤਾਂ ਕਿਡਨੀਆਂ ਹੀ ਫੇਲ ਹੋਈਆਂ। 22 ਤਰੀਕ ਤੱਕ ਵਧੀਆ ਗੁਰਦੁਆਰੇ ਵੀ ਜਾਂਦੇ ਰਹੇ ਆ। 23 ਨੂੰ ਐਡਮਿਟ ਹੋਏ ਆ। 23 ਨੂੰ ਜ਼ਿਆਦਾ ਢਿੱਲੇ ਹੋਏ ਸੀਗੇ ਸਵੇਰ ਦੇ ਟਾਈਮ, ਪਰ 22 ਤੱਕ। ਹਾਂਜੀ, ਮੈਂ ਫੇਸਬੁੱਕ ਤੇ ਮੈਂ ਦੇਖਿਆ ਸੀਗਾ, ਮੈਂ ਉਸ ਬੰਦੇ ਨੂੰ ਪਛਾਣਦੀ ਆ, ਤੇ ਉਹ ਬੰਦਾ ਮੈਂ ਤੁਹਾਨੂੰ ਦਿਖਾ ਸਕਦੀ ਆ। ਇਹ 2019 ਦੇ ਵਿੱਚ ਵੀ ਆਇਆ ਸੀ। ਇਹਦਾ ਨਾਮ ਹੈਗਾ ਵਾ ਹੈਪੀ, ਤੇ ਵੈਸੇ ਤਾਂ ਇਹਨੂੰ ਹੈਪੀ ਕਹਿੰਦੇ ਆ, ਜਾਣੀ ਮਤਲਬ ਮੇਰਾ ਕਹਿਣ ਦਾ ਹੈਗਾ ਸੁਖਦੇਵ ਇਹਦਾ ਨਾਮ, ਸੁਖਦੇਵ ਮੁੱਲਾਪੁਰ ਤੋਂ। ਹਾਂਜੀ, ਇਹ ਬੰਦਾ ਵਾ ਜੀ, ਇਹ ਵਾਲਾ। ਅੱਛਾ, ਸੁਖਦੇਵ ਮੁੱਲਾਪੁਰ। ਹਾਂਜੀ ਹਾਂਜੀ, ਸੁਖਦੇਵ ਮੁੱਲਾਪੁਰ। ਇਹ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦਾ ਜੀ, ਇਹ ਵਾਲਾ। ਅੱਛਾ। ਹਾਂਜੀ, ਇਹ ਫੇਸਬੁੱਕ ਤੇ ਮੈਂ ਦੇਖਿਆ। ਇਸ ਨੇ ਹੀ ਮੇਰੇ ਗਲੇ ਨੂੰ ਹੱਥ ਪਾਇਆ। ਇਸ ਨੇ ਹੀ ਮੇਰਾ ਇੱਥੋਂ ਗਲ ਜਦੋਂ ਘੁੱਟਿਆ ਵਾ, ਤਾਂ ਇਹਨੇ ਮੈਨੂੰ ਬਹੁਤ ਅਪਸ਼ਬਦ ਬੋਲੇ ਆ। ਮੈਂ ਜੇ ਤੁਹਾਡੀ ਇਜਾਜ਼ਤ ਹੋਊ ਤਾਂ ਮੈਂ ਕਹਿ ਦੂੰਗੀ, ਨਹੀਂ ਤਾਂ ਮੈਂ ਇੰਨੇ ਗੰਦੇ ਸ਼ਬਦ ਬੋਲ ਨਹੀਂ ਸਕਦੀ। ਵੀਡੀਓ ਤੇ ਐਸੇ ਗੰਦੇ ਲਫ਼ਜ਼ ਨਹੀਂ ਚਲਾਵਾਂਗੇ। ਹਾਂਜੀ ਸਰ। ਤੇ ਇਸ ਸ਼ਖਸ ਬਾਰੇ ਤੁਸੀਂ ਪ੍ਰਸ਼ਾਸਨ ਨੂੰ ਦੱਸਿਆ? ਇਹਦੇ ਬਾਰੇ ਜੀ ਮੈਂ ਪ੍ਰਸ਼ਾਸਨ ਮੇਰੀ ਗੱਲ ਸੁਣੂਗਾ ਤਾਂ ਹੀ ਮੈਂ ਦੱਸੂ। ਮੈਂ ਤਾਂ ਤੁਸੀਂ ਕੋਈ ਲਿਖਤੀ ਸ਼ਿਕਾਇਤ ਦਿੱਤੀ? 112 ਤੇ ਅਸੀਂ ਕਰੀ ਆ ਜੀ। ਅਸੀਂ ਦੁਬਾਰਾ ਵੀ ਉਹਨਾਂ ਨੂੰ ਕਾਲ ਕਰੀ ਕਿ ਸਾਡੀ ਹਜੇ ਕਿਤੇ ਸੁਣਵਾਈ ਨਹੀਂ ਹੋਈ। ਜਦੋਂ ਮੈਂ ਦੇਖੋ ਜੀ, ਮੈਂ ਵੀ ਰਾਜੇਵਾਲ ਕਿਸਾਨ ਯੂਨੀਅਨ ਦੀ ਪ੍ਰਧਾਨ ਆ, ਮੈਂ ਇਸਤਰੀ ਵਿੰਗ ਦੀ ਪ੍ਰਧਾਨ ਆ, ਮੈਂ ਜ਼ਿਲ੍ਹੇ ਦੀ ਪ੍ਰਧਾਨ ਆ। ਜਦੋਂ ਸਾਡੇ ਮੋਹਤਵਾਰਾਂ ਨੇ ਇਸ ਤਰ੍ਹਾਂ ਦੀ ਕਾਂਗਰਸ ਕਰਵਾ ਸਕਦੀ ਆ, ਤੇ ਮੈਨੂੰ ਇਹ ਨਹੀਂ ਸਮਝ ਆਉਂਦੀ ਹੈਗੀ ਫਿਰ ਸਾਡੀ ਨਹੀਂ ਗੱਲ ਸੁਣੂ ਤੇ ਗਰੀਬਾਂ ਦੀ ਕਿੱਦਾਂ ਸੁਣੀ ਜਾਊਗੀ? ਜਿਹੜੇ ਗਰੀਬ ਕਲਪ ਕੇ ਮਰ ਜਾਂਦੇ ਨੇ ਵਿਚਾਰੇ, ਇੱਕ ਪੰਜੀ ਤਿੱਕੀ ਦਿਹਾੜੀ ਕਰਨ ਵਾਲੇ, ਤਾਂ ਸਾਡੀ ਐਡੇ ਵੱਡੇ ਬੰਦਿਆਂ ਦੀ ਨਹੀਂ ਸੁਣਦੀ ਸਰਕਾਰ, ਤੇ ਫਿਰ ਹੋਰ ਕਿਹਦੀ ਸੁਣਨੀ ਹੈ? ਤੋ ਜਿਸ ਤਰ੍ਹਾਂ ਕਿ ਆਪਾਂ ਸੁਣਿਆ, ਬੀਬੀ ਸਰਬਜੀਤ ਕੌਰ 6.5 ਕਿੱਲਿਆਂ ਦੇ ਵਿੱਚ ਪਿਛਲੇ ਕਾਫੀ ਸਮੇਂ ਤੋਂ ਜੱਦੋ ਜਹਿਦ ਕਰ ਰਹੇ ਆ, ਔਰ ਉਹਨਾਂ ਦੇ ਨਾਲ ਕੁਝ ਸ਼ਰਾਰਤੀ ਅਨਸਰ, ਕੁਝ ਪੋਲੀਟੀਕਲ ਲੋਕ ਸਰਕਾਰਾਂ ਦਾ ਫਾਇਦਾ ਉਠਾਉਂਦੇ ਹੋਏ ਇਹਨਾਂ ਦੀ ਜ਼ਮੀਨ ਨੂੰ ਹੜੱਪਣਾ ਚਾਹੁੰਦੇ ਆ, ਜਦ ਕਿ ਪਿਛਲੇ 28 ਸਾਲ ਤੋਂ ਪ੍ਰਾਪਰਟੀ ਇਹਨਾਂ ਦੇ ਕਬਜ਼ੇ 'ਚ ਆ। ਦੋਸਤੋ, ਅਗਰ ਇੱਕ ਰਾਜੇਵਾਲ ਕਿਸਾਨ ਯੂਨੀਅਨ ਦੀ ਪ੍ਰਧਾਨ, ਇਸਤਰੀ ਵਿੰਗ ਦੀ ਪ੍ਰਧਾਨ, ਉਹਦੇ ਨਾਲ ਇੰਨੇ ਵੱਡੇ ਲੈਵਲ ਤੇ ਧੱਕਾ ਹੁੰਦਾ, ਤਾਂ ਪੰਜਾਬ ਦੇ ਵਿੱਚ ਇੱਕ 200-500 ਰੁਪਇਆ ਦਿਹਾੜੀ ਕਰਨ ਵਾਲੇ ਇਨਸਾਨ ਦੀ ਕੀ ਵੈਲਿਊ ਹੈ? ਇਹ
ਕੁਐਸਚਨ ਮਾਰਕ ਹੈ ਸਾਡੀ ਸਰਕਾਰ ਦੇ ਸਾਹਮਣੇ ਬੀਬੀ ਸਰਬਜੀਤ ਕੌਰ ਵੱਲੋਂ। ਅਗਲਾ ਅਪਡੇਟ ਲੈ ਕੇ ਦੋਸਤੋ ਆਪਾਂ ਫਿਰ ਜਲਦ ਤੁਹਾਡੇ ਕੋਲ ਹਾਜ਼ਰ ਹੋਵਾਂਗੇ। ਤਦ ਤੱਕ ਦਿਓ ਇਜਾਜ਼ਤ। ਹਾਲਾਤੇ ਪੰਜਾਬ ਤੋਂ ਵਿਵੇਕ ਬਖਸ਼ੀ। ਹਾਂਜੀ ਡੀਐਸਪੀ ਮਿਸਟਰ ਬੈਂਸ। ਹਾਂਜੀ ਹਾਂਜੀ ਬੋਲ ਰਹੇ ਜੀ। ਹਾਂਜੀ ਬੈਂਸ ਸਾਹਿਬ, ਵਿਵੇਕ ਬਖਸ਼ੀ ਬੋਲ ਰਿਹਾ ਜੀ ਹਾਲਾਤੇ ਪੰਜਾਬ ਤੋਂ। ਹਾਂਜੀ ਹਾਂਜੀ ਕੀ ਹਾਲ? ਠੀਕ ਹੈ ਸਰ, ਬੜੀਆ ਸਰ। ਮੈਂ ਤੁਹਾਡੇ ਤੋਂ ਇੱਕ ਥੋੜੀ ਜਿਹੀ ਜਾਣਕਾਰੀ ਲੈਣੀ ਸੀ। ਸੁਧਾਰ ਦੇ ਵਿੱਚ ਇੱਕ 6 ਕਿੱਲਿਆਂ ਦਾ ਰੌਲਾ ਸੀਗਾ, ਸਰਬਜੀਤ ਕੌਰ ਵਾਈਫ ਆਫ ਭੁਪਿੰਦਰ ਸਿੰਘ ਜੀ ਜੀ। ਉਹਦੇ ਬਾਰੇ ਦੇ ਵਿੱਚ ਤੁਸੀਂ ਉਹਦੇ 'ਚ ਕੀ ਕਾਰਵਾਈ ਹੋਈ ਹੈ ਤੇ ਪੁਲਿਸ ਵੱਲੋਂ? ਕਿਉਂਕਿ ਉਹਦੇ ਚ ਦੇਖੋ, ਉਹਦੇ ਚ ਇਹ ਹੈ, ਇਹ ਜ਼ਮੀਨ ਦੀ ਓਨਰਸ਼ਿਪ ਦਾ ਡਿਸਪਿਊਟ ਕੋਰਟ 'ਚ ਚੱਲਦਾ। ਅੱਛਾ ਜੀ। ਇਹ ਜ਼ਮੀਨ ਸਰਬਜੀਤ ਕੌਰ ਦੇ ਫਾਦਰ ਇਨ ਲਾ ਦੇ ਨਾਂ ਤੇ ਸੀ ਪਹਿਲਾਂ। ਅੱਛਾ ਜੀ। ਫਾਦਰ ਇਨ ਲਾ ਨੇ ਜ਼ਮੀਨ ਦੀ ਵਸੀਅਤ ਕਰਤੀ ਆਪਣੀ ਇਹਦੇ ਸਰਬਜੀਤ ਕੌਰ ਦੇ ਨਾਮ ਤੇ। ਠੀਕ ਹੈ ਜੀ। ਉਹਦੇ ਦੋ ਜਿਹੜੇ ਬੱਚੇ ਹੋਰ ਨੇ ਦੋਨੋਂ ਇਗਨੋਰ ਹੋ ਗਏ ਸੀ। ਉਹਦੇ ਦੋ ਬੱਚੇ ਬਾਹਰ ਰਹਿੰਦੇ ਅਬਰੋਡ, ਪਤਾ ਨਹੀਂ ਕਿਹੜੀ ਕੰਟਰੀ। ਠੀਕ ਹੈ ਜੀ। ਉਹਨਾਂ ਨੇ ਕੋਰਟ 'ਚ ਕੇਸ ਕੀਤਾ ਵੀ ਸਾਡਾ ਰਾਈਟ ਮਰਦਾ। ਕੋਰਟ ਨੇ ਵਸੀਅਤ ਤੋੜਤੀ ਤੇ ਉਹਨਾਂ ਦੇ ਹੱਕ 'ਚ ਫੈਸਲਾ ਕਰਤਾ। ਜਿਹੜੀ ਉਹਨਾਂ ਦਾ ਸ਼ੇਅਰ, ਠੀਕ ਹੈ ਜੀ, ਉਹਨਾਂ ਦਾ ਸ਼ੇਅਰ ਉਹਨਾਂ ਦੇ ਹੱਕ 'ਚ ਫੈਸਲਾ ਕਰਤਾ ਤੇ ਇੰਤਕਾਲ ਉਹਨਾਂ ਦੇ ਨਾਮ ਤੇ ਹੋ ਗਿਆ। ਅੱਛਾ ਜੀ। ਹੁਣ ਇਹਨੇ ਕੀ ਨਾਮ ਹੈ ਦਾ ਸਰਬਜੀਤ ਕੌਰ ਨੇ ਜਿਹੜਾ ਉਹ ਫੈਸਲਾ ਹੋਇਆ ਕੋਰਟ ਦਾ, ਉਹਨੂੰ ਉਸ ਤੋਂ ਉੱਪਰਲੀ ਕੋਰਟ 'ਚ ਚੈਲੰਜ ਕੀਤਾ। ਠੀਕ ਹੈ ਜੀ। ਜਦੋਂ ਵੀ ਇਹ ਖੇਤ ਖਾਲੀ ਹੁੰਦਾ ਦੋਨੇ ਧਿਰਾਂ ਕਲੇਮ ਕਰਦੀਆਂ ਵੀ ਸਾਡਾ ਰਾਈਟ ਹੈ, ਵੀ ਸਾਡਾ ਓਨਰਸ਼ਿਪ ਰਾਈਟ ਹੈ। ਸਰਬਜੀਤ ਕੌਰ ਇਲੀਗਲ ਪੋਜੈਸ਼ਨ 'ਚ ਹੈ। ਇਲੀਗਲ ਪੋਜੈਸ਼ਨ 'ਚ ਹੈ। ਹਾਂਜੀ, ਕਿਉਂਕਿ ਓਨਰਸ਼ਿਪ ਉਹਨਾਂ ਦੇ ਨਾਂ ਤੇ ਕੋਰਟ ਵੱਲੋਂ ਹੋ ਚੁੱਕੀ ਹੈ। ਪਰ ਉਹਦੀ ਓਨਰਸ਼ਿਪ ਨੂੰ ਉਹਨਾਂ ਨੇ ਚੈਲੰਜ ਕੀਤਾ ਹੋਇਆ ਤੇ ਜਦੋਂ ਤੱਕ ਕੋਰਟ 'ਚ ਕੇਸ ਚੱਲਦਾ ਉਦੋਂ ਤੱਕ ਤਾਂ ਕੋਈ ਜਾਂ ਤਾਂ ਹੋਵੇ ਨਾ ਸਟੇਟਸ ਕੋ ਲੱਗਿਆ ਹੋਵੇ ਜਾਂ ਸਟੇ ਲੱਗੀ। ਗੱਲ ਤਾਂ ਸੁਣੋ। ਹਾਂਜੀ ਹਾਂਜੀ। ਉਹਨੇ ਇਹੀ ਗੱਲ ਉਹਨਾਂ ਨੂੰ ਸਮਝਾਈ ਹੈ। ਤੁਸੀਂ ਇਹ ਕਹਿੰਦੀ ਸੀ ਵੀ ਸਾਡਾ ਰਾਈਟ ਹੈ। ਹਾਂਜੀ। ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਆਪਣਾ ਕੋਰਟ 'ਚ ਲੀਗਲ ਤੌਰ ਤੇ ਆਪਣਾ ਕਬਜ਼ਾ ਵਾਰੰਟ ਲਓ, ਫਿਰ ਤੁਸੀਂ ਐਂਟਰ ਕਰ ਸਕਦੇ ਹੋ। ਹਾਂ, ਗੁੱਡ ਗੁੱਡ ਗੁੱਡ। ਹਾਂ, ਬਸ ਇਹ ਕਹਿ ਕੇ ਉਹਨਾਂ ਨੂੰ ਫਿਰ ਦੋਨਾਂ ਧਿਰਾਂ ਨੂੰ ਕਰਤਾ ਸੀ ਵੀ ਆਪਣਾ ਗੋ ਟੂ ਕੋਰਟ 'ਚ ਲੜਾਈ ਝਗੜਾ ਕੀਤਾ ਤਾਂ ਫਿਰ ਅਸੀਂ ਐਕਟ ਕਰਾਂਗੇ। ਤੇ ਜਿਹੜੀ ਉੱਥੇ ਉਦੋਂ ਮਾਰ ਕੁਟਾਈ ਹੋਈ ਹੈ? ਨਹੀਂ, ਮਾਰ ਕੁਟਾਈ ਦੇਖੋ ਉੱਥੇ ਨਹੀਂ ਹੋਈ ਕਿਉਂਕਿ ਮੌਕੇ ਤੇ ਗਏ। ਇਹਦੀ ਲੜਕੀ ਨੇ ਸਟੇਟਮੈਂਟ ਉਸ ਦਿਨ ਲਿਖਾ ਦਿੱਤੀ ਸੀ। ਉਹ ਆਏ ਸੀ, ਆਏ ਸੀਗੇ, ਆ ਕੇ ਫਿਰ ਉਦੋਂ ਪੁਲਿਸ ਪਹੁੰਚ ਗਈ ਹੈ। ਇਹਨਾਂ ਦੀ MLR ਨਹੀਂ ਹੋਈ ਦੋਨਾਂ ਤਰ੍ਹਾਂ ਦਾ ਤੇ SHO ਨੂੰ ਡਾਇਰੈਕਸ਼ਨ ਦੇਤੀ ਹੈ ਵੀ ਪ੍ਰੀਵੈਂਟਿਵ ਐਕਸ਼ਨ ਕਰ ਦੇ। ਠੀਕ ਹੈ। ਹਾਂਜੀ,